स्टार्ट। दोस्तों वेले की गल तुहाडा बहुत बहुत स्वागत है। मैं तुहाडा मेज़बान नरेंद्र सिंह। अज एक हिंदुस्तान की सियासत एक वड्डी पार्टी जी रही है कांग्रेस, वो काफ़ी हलचल हुई है क्योंकि वो नेता से जम्मू कश्मीर के साबका मुख्यमंत्री भी ने गुलाम नबी आज़ाद भी अज अस्तीफा दे गए। तो अस्तीफा दे के कोई वड्डी गल नहीं, पर वो जो उन्होंने अस्तीफा 5 सफ़ियां का लिखा वो काफ़ी कुछ लिख के गए हैं। खास तौर पर पार्टी की लीडरशिप से उन्होंने काफ़ी सवाल किए, जबकि पार्टी के रहते हुए उन्होंने कदे ऐसा ਚੱਕਿਆ नहीं, पर भावें वो ग्रुप 23 के एक मोहरी लीडर से पर इन्नी खुल के उन्होंने नहीं बोले, पर निकल लगे वो अपना जवाब बड़ा तगड़ा दे के गए। कांग्रेस में काफ़ी नाराजगी भी है, बीजेपी का मजाक भी उड़ा रही है कांग्रेस ऐसे। इस बारे गलबात करने साडे नाल ने हरमीत सिंह जी, तुहाडा स्वागत है। शुक्रिया जी। इस अस्तीफे चलो तो पता लग रहा भी जो पार्टी कमजोर होंगी है लीडरशिप जी जाते हैं छुड़ना शुरू कर देंगे ने, पर इदा उन्होंने जाना तो इदा एक वड्डा लिख के देना तो जनतक करना ये सही सी। असल ਦੇ ਵਿੱਚ ਤਾਂ ਬਹੁਤ ਲੰਮੇ ਸਮੇਂ ਤੋਂ ਅੰਦਰ ਜਿਹੜੀ ਸੁਗਮਗਾਹਟ ਚੱਲ ਰਹੀ ਹੈ ਕਾਂਗਰਸ ਦੇ ਵਿੱਚ, ਵੱਖ-ਵੱਖ ਲੀਡਰ ਚਲੇ ਵੀ ਗਏ ਔਰ ਇਹ ਤੋਂ ਪਹਿਲਾਂ ਵੀ ਕਈ ਲੀਡਰ ਚਲੇ ਗਏ। ਅਸ਼ਵਨੀ ਕੁਮਾਰ ਨੇ ਅਸਤੀਫਾ ਦਿੱਤਾ, ਜਿਹੜੇ ਰਾਜ ਸਭਾ ਮੈਂਬਰ ਰਹੇ, ਕਾਨੂੰਨ ਮੰਤਰੀ ਵੀ ਰਹੇ ਪੰਜਾਬ ਨਾਲ ਰਿਲੇਟਡ ਨੇ। ਔਰ ਇਸੇ ਤਰੀਕੇ ਦੇ ਨਾਲ ਕਪਲ ਸਿੱਬਲ ਸਮਾਜਵਾਦੀ ਪਾਰਟੀ ਦੀ ਹਮਾਇਤ ਦੇ ਨਾਲ ਰਾਜ ਸਭਾ ਦੇ ਮੈਂਬਰ ਬਣ ਗਏ, ਉਹ ਵੀ ਚਲੇ ਗਏ ਉਸ ਪੱਧਰ ਦੇ ਉੱਤੇ। ਇਹ ਜਿਹੜੇ ਮੇਨਲੀ ਕਈ ਬੰਦੇ ਤਾਂ ਗਰੁੱਪ 23 ਦੇ ਮੈਂਬਰ ਸੀ ਜਿਨ੍ਹਾਂ ਨੇ ਇੱਕ ਚਿੱਠੀ ਲਿਖੀ ਸੀ ਕਾਂਗਰਸ ਪ੍ਰਧਾਨ ਨੂੰ ਕਿ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ, ਪਾਰਟੀ ਨੂੰ ਰਿਵਾਈਵ ਕਰਨ ਦੇ ਵਾਸਤੇ ਇਹਨਾਂ ਨੇ ਸੁਝਾਅ ਦਿੱਤੇ ਸੀ ਕਈ, ਅੰਦਰੂਨੀ ਜਮਹੂਰੀਅਤ ਕਿਵੇਂ ਠੀਕ ਕੀਤੀ ਜਾਏ, ਪਾਰਟੀ ਪ੍ਰਧਾਨ ਕਿਵੇਂ ਰੈਗੂਲਰ ਹੋਣਾ ਚਾਹੀਦਾ ਹੈ, ਕਿਵੇਂ ਪਾਲਿਸੀ ਦੇ ਲੈਵਲ ਤੇ ਜੋ ਅਸੀਂ ਥਿੜਕਣ ਹੈ ਕਾਂਗਰਸ ਦੀ ਪੁਰਾਣੀ ਉਹ ਕਿਵੇਂ ਨਹੀਂ ਹੋਣੀ ਚਾਹੀਦੀ, ਔਰ ਇਸੇ ਤਰੀਕੇ ਦੇ ਨਾਲ ਕਿਵੇਂ ਡੈਮੋਕ੍ਰੇਸੀ ਅੰਦਰਲੀ ਚੁਣ ਕੇ ਬੰਦੇ ਆਉਣੇ ਚਾਹੀਦੇ ਨੇ, ਕਿਵੇਂ ਪ੍ਰਧਾਨ ਦਾ ਟੈਨਿਓਰ ਫਿਕਸ ਹੋਣਾ ਚਾਹੀਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਇੱਕ ਚਿੱਠੀ ਲਿਖੀ ਸੀ। ਪਰ ਉਹ ਚਿੱਠੀ ਤੇ ਮੰਥਨ ਨਹੀਂ ਹੋਇਆ ਬਹੁਤ ਜ਼ਿਆਦਾ, ਮਤਲਬ ਇੱਕ ਮੀਟਿੰਗ ਤਾਂ ਸੱਦੀ ਗਈ ਕਾਂਗਰਸ ਵਰਕਿੰਗ ਕਮੇਟੀ ਦੀ, ਬਾਕੀ ਚੀਜ਼ਾਂ ਉਹ ਚੱਲਦਾ ਰਿਹਾ। ਉਹ ਨਾਰਾਜ਼ਗੀ ਅਜੇ ਤੱਕ ਜਾਰੀ ਹੈ ਕਾਂਗਰਸ ਦੇ ਵਿੱਚ। ਪਿੱਛੇ ਜੇ ਪਹਿਲਾਂ ਇਹਨਾਂ ਨੇ ਗੁਲਾਮ ਨਬੀ ਆਜ਼ਾਦ ਨਹੀਂ ਜਿਹੜੀ ਜੰਮੂ ਕਸ਼ਮੀਰ 'ਚ ਜੇ ਅਗਲੀ ਇਲੈਕਸ਼ਨ ਕੋਈ ਹੁੰਦੀ ਹੈ ਡਿਊਟੀ ਜਦੋਂ ਤੋਂ ਬਣਾਤਾ ਹੈ, ਉਹਦੀ ਕੰਪੇਨ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਉਹਦੇ ਨਾਲ ਦੇਖਦੇ ਦੇਖਦੇ ਹੀ ਤੇ ਜਿਹੜੇ ਹਿਮਾਚਲ ਪ੍ਰਦੇਸ਼ ਦੇ ਵੱਡਾ ਲੀਡਰ ਆਨੰਦ ਸ਼ਰਮਾ ਜਿਹੜੇ ਰਾਜ ਸਭਾ ਦੇ ਵਿੱਚ ਡਿਪਟੀ ਲੀਡਰ ਰਹੇ ਨੇ ਕਾਂਗਰਸ ਦੇ, ਉਹਨੇ ਸਟੀਅਰਿੰਗ ਕਮੇਟੀ ਤੋਂ ਅਸਤੀਫਾ ਦਿੱਤਾ ਉਹਦੇ ਮੁਖੀ ਤੋਂ ਕਿ ਮੈਂ ਨਹੀਂ ਇਸ ਦੇ ਵਿੱਚ ਰਹਿਣਾ। ਔਰ ਕਈ ਵਾਰ ਮਨੀਸ਼ ਤਿਵਾੜੀ ਵੀ ਕਈ ਮਾਮਲਿਆਂ ਦੇ ਵਿੱਚ ਬੋਲਦੇ ਰਹਿੰਦੇ ਨੇ ਗਾਹੇ ਵਗਾਹੇ, ਕਿਉਂਕਿ ਇਹ ਵੀ ਗਰੁੱਪ 23 ਦੇ ਮੈਂਬਰਾਂ ਦੇ ਵਿੱਚੋਂ ਸ਼ਾਮਲ ਨੇ। ਔਰ ਉਹ ਗਰੁੱਪ 23 ਦੇ ਪੰਜਾਬ 'ਚ ਰਜਿੰਦਰ ਕੌਰ ਭੱਠੜ, ਇੱਧਰ ਹੁੱਡਾ ਤੇ ਹੋਰ ਵੀ ਬੜੇ ਮਤਲਬ ਲੀਡਰ। ਇਹ ਜਿਹੜਾ ਸਵਾਲ ਹੈ ਹੁਣ ਆਉਂਦੇ ਆਉਂਦੇ ਮੇਰਾ ਖਿਆਲ ਹੈ ਇੱਥੋਂ ਤੱਕ ਗੱਲ ਚਲੀ ਗਈ ਹੈ ਜਦੋਂ ਜਿਹੜਾ ਚਿੱਠੀ ਹੈ ਐਕਚੁਅਲੀ ਉਹ ਚਿੱਠੀ ਸ਼ਾਇਦ 2023 'ਚ ਕਿਸੇ ਥੋੜਾ ਜਿਹਾ ਸੱਭਿਅਕ ਵੇ ਨਾਲ ਉਹੀ ਲਿਖਣਾ ਚਾਹੁੰਦੇ ਸੀ ਜਾਂ ਉਹੀ ਲਿਖਿਆ ਗਿਆ ਸੀ ਜੋ ਅੱਜ ਉਹਨੇ ਬੜਾ ਖੁੱਲ੍ਹ ਕੇ ਲਿਖਤਾ। ਮੈਸੇਜ ਇਹੀ ਸੀ ਕਿ ਜਿਸ ਲੈਵਲ ਦਾ ਹੁਣ ਵੀ ਤੁਸੀਂ ਦੇਖੋ ਜਿਹੜਾ ਮਾਮਲਾ ਆ ਰਿਹਾ ਕਾਂਗਰਸ ਦੇ ਵਿੱਚ, ਰਾਹੁਲ ਗਾਂਧੀ ਕਹਿੰਦਾ ਮੈਂ ਪ੍ਰਧਾਨ ਨਹੀਂ ਬਣਨਾ, ਇਹ ਹੁਣ ਤੱਕ ਆ ਰਿਹਾ ਸਾਰੇ ਕਿਤੇ। ਔਰ ਕਾਂਗਰਸ ਦਾ ਚੋਣ ਪ੍ਰੋਗਰਾਮ ਲਿਖਿਆ ਗਿਆ ਕਿ ਹਾਂਜੀ ਤੁਸੀਂ ਕਰੋਗੇ, ਔਰ ਪਰ ਸਾਰੇ ਫੈਸਲੇ ਰਾਹੁਲ ਗਾਂਧੀ ਹੀ ਕਰਦਾ। ਪੰਜਾਬ ਦੇ ਤੁਸੀਂ ਪਛਲੇ ਦੇ ਤੋਂ ਵੀ ਚੰਨੀ ਨੂੰ ਲਾਉਣਾ ਹੈ, ਅਮਰਿੰਦਰ ਨੂੰ ਹਟਾਉਣਾ ਹੈ, ਕਿਹਨੂੰ ਲਾਉਣਾ ਕਿਹਨੂੰ ਹਟਾਉਣਾ ਹੈ, ਬਾਕੀ ਸੂਬਿਆਂ ਦੇ ਵਿੱਚ ਵੀ ਪ੍ਰੈਕਟਿਸ ਦੇ ਵਿੱਚ ਉਹ ਪ੍ਰਧਾਨਗੀ ਵਾਲੇ ਉਹਦੇ ਵਾਂਗ ਹੀ ਕੰਮ ਕਰਦਾ, ਜ਼ਿੰਮੇਵਾਰੀ ਦੇ ਵਿੱਚ ਉਹ ਨਹੀਂ ਲੈਣ ਲਈ ਤਿਆਰ। ਇਹ ਸਿਸਟਮ ਦਾ ਇੱਕ ਚੱਲਦਾ ਹੈ। ਇੱਕ ਇਹ ਵੀ ਜਦੋਂ ਤੋਂ ਰਾਹੁਲ ਗਾਂਧੀ ਪ੍ਰਧਾਨ ਬਣਿਆ ਸੀ ਜਿਹੜੇ ਸੀਨੀਅਰ ਲੀਡਰਸ਼ਿਪ ਤੇ ਇੱਕ ਜੰਗ ਉਹਦੇ ਵਿੱਚ ਵੀ ਇੱਕ ਵਖਰੇਵਾਂ ਦਿਖਾਈ ਦਿੰਦਾ ਸੀ। ਉਹ ਕਹਿੰਦਾ ਸੀ ਬਜ਼ੁਰਗ ਲੀਡਰਸ਼ਿਪ ਨੂੰ ਛੱਡ ਦੇਣਾ ਚਾਹੀਦਾ ਜਾਂ ਬਾਕੀ ਬਾਅਦ 'ਚ ਇੱਕ ਅੱਧਾ ਬਿਆਨ ਦਿੰਦਾ ਰਿਹਾ ਨਹੀਂ ਇਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ। ਅੱਜ ਜਿਹੜੇ ਉਹਨੇ ਦੋਸ਼ ਲਾਏ ਨੇ ਬਹੁਤ ਸੀਰੀਅਸ ਦੋਸ਼ ਨੇ ਉਹ ਕਿ ਫੈਸਲੇ ਸਾਰੇ ਰਾਹੁਲ ਤੇ ਉਹਦੇ ਬਾਡੀਗਾਰਡ ਕਰਦੇ ਨੇ। ਬਾਡੀਗਾਰਡ ਮਤਲਬ ਉਹਦੇ ਨੇੜੇ ਤੇੜੇ ਜਿਹੜੇ ਵੀ ਬੰਦੇ ਰਹਿੰਦੇ ਨੇ ਜਾਂਦੇ ਕੋਲ ਪਾਰਟੀ 'ਚ ਤਾਂ ਕੋਈ ਡਿਸਕਸ ਨਹੀਂ ਹੁੰਦਾ, ਨਾ ਕੋਈ ਫੈਸਲਾ ਹੁੰਦਾ, ਨਾ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ। ਇਸ ਕਰਕੇ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਹੈ ਉਹ ਖੁਰਦੀ ਜਾ ਰਹੀ ਹੈ ਜਾਂ ਇਸ ਲੈਵਲ ਦੇ ਹੁਣ ਇਹ ਐਲੀਗੇਸ਼ਨ ਆਪਣੇ ਆਪ ਦੇ ਵਿੱਚ ਵੀ ਮੇਰਾ ਖਿਆਲ ਹੈ ਆਪੋਜੀਸ਼ਨ ਪਾਰਟੀ ਨੇ ਨਹੀਂ ਇੰਨਾ ਲਾਉਂਦੀ। ਉਹ ਇਹ ਤਾਂ ਕਹਿੰਦੀ ਹੈ ਕਿ ਨਹਿਰੂ ਪਰਿਵਾਰ ਜਾਂ ਫਲਾਨਾ ਜੇ ਉਹ ਕਰਦੀ ਹੈ। ਆਟੋਮੈਟਿਕਲੀ ਹੁਣ ਵਿਰੋਧੀਆਂ ਨੂੰ ਤਾਂ ਇਹ ਮੌਕਾ ਮਿਲਣਾ ਹੀ ਹੈ ਕਿ ਇਹ ਠੀਕ ਹੈ ਜੀ ਜਾਂ ਬਾਕੀ ਜੇ ਗੱਲਾਂ। ਮੈਨੂੰ ਇਹ ਲੱਗਦਾ ਕਿ ਜਦੋਂ ਪਾਰਟੀਆਂ ਦੀ ਅੰਦਰੂਨੀ ਜਿਹੜੀ ਬਗਾਵਤ ਹੁੰਦੀ ਹੈ, ਬਗਾਵਤ ਵਰਗੇ ਜਦੋਂ ਹਾਲਾਤ ਪੈਦਾ ਹੋ ਜਾਂਦੇ ਨੇ, ਜੇ ਉਹਨੂੰ ਨਾ ਸੰਭਾਲਿਆ ਜਾਵੇ ਸਮੇਂ ਸਿਰ, ਚਰਚਾ ਖੁੱਲ੍ਹ ਕੇ ਅੰਦਰੂਨੀ ਨਾ ਕੀਤੀ ਜਾਏ ਤਾਂ ਫਿਰ ਇਹੀ ਹਾਲ ਹੁੰਦਾ ਹੈ ਕਿ ਉੱਥੇ ਤੱਕ ਉਹ ਚੀਜ਼ਾਂ ਚਲੀਆਂ ਜਾਂਦੀਆਂ ਨੇ। ਇੱਕ ਤਾਂ ਇਹ ਤਰੀਕਾ ਕਿ ਕਾਂਗਰਸ ਦਾ ਅੰਦਰੂਨੀ ਇਸ ਪੱਧਰ ਦਾ ਹਾਲ ਹੈ। 50 ਸਾਲ ਉਹਨੇ ਕਾਂਗਰਸ ਪਾਰਟੀ ਨੂੰ ਚਲਾਏ ਨੇ, ਰਾਜੀਵ ਗਾਂਧੀ ਨਾਲ ਬਹੁਤ ਜ਼ਿਆਦਾ ਦੋਸਤੀ ਜਾਂ ਬਾਕੀ ਦੀਆਂ ਚੀਜ਼ਾਂ ਸੀ।
ਦੂਜਾ ਪਹਿਲੂ ਇੱਕ ਹੋਰ ਵੀ ਨਜ਼ਰ ਆ ਰਿਹਾ, ਇਹ ਵੀ ਲੋਕ ਥੋੜਾ ਜਿਹਾ ਅੰਦਾਜ਼ੇ ਲਾ ਰਹੇ ਨੇ ਕਿ ਜਦੋਂ ਗੁਲਾਮ ਨਬੀ ਆਜ਼ਾਦ ਦਾ ਆਖਰੀ ਦਿਨ ਸੀਗਾ ਰਾਜ ਸਭਾ ਦੇ ਵਿੱਚ ਜਦੋਂ ਬੋਲਦੇ ਨੇ, ਉਦੋਂ ਨਰਿੰਦਰ ਮੋਦੀ ਦੀ ਪ੍ਰੇਜ ਉਹਨਾਂ ਨੇ ਬਹੁਤ ਕੀਤੀ ਤੇ ਨਰਿੰਦਰ ਮੋਦੀ ਨੇ ਵੀ ਇਹਨਾਂ ਦੀ ਪ੍ਰੇਜ ਬਹੁਤ ਕੀਤੀ ਸੀ, ਮਤਲਬ ਪ੍ਰਸ਼ੰਸਾ ਕਿ ਹਾਂ ਇਹ ਬਹੁਤ ਵਧੀਆ ਲੀਡਰ ਨੇ। ਹੰਝੂ ਨਿਕਲੇ ਸੀ ਉਹਨਾਂ ਦੇ। ਆਹੋ ਉਹ ਹੰਝੂ ਜਿਹੜੇ ਨੇ। ਤੇ ਉਦੋਂ ਬਾਅਦ ਹੁਣ ਜਿਹੜਾ ਜੰਮੂ ਕਸ਼ਮੀਰ ਦੀ ਹਾਲਤ ਬਣ ਰਹੀ ਹੈ, ਜਦੋਂ ਤੁਸੀਂ ਜਿਹੜੀਆਂ 9 ਪਾਰਟੀਆਂ ਜਿਹੜੀਆਂ ਗੁਪਕਾਰ ਅਲਾਇੰਸ ਦੇ ਵਿੱਚ ਸ਼ਾਮਲ ਨੇ, ਜਿਹੜੀਆਂ ਇਸ ਗੱਲ ਤੇ ਨਾਰਾਜ਼ ਚੱਲ ਰਹੀਆਂ ਨੇ ਲਗਾਤਾਰ ਕਿ 25 ਲੱਖ ਨਵਾਂ ਵੋਟਰ ਬਣਾਓਗੇ, ਤੁਸੀਂ ਸਾਡਾ ਜਿਹੜਾ ਆਬਾਦੀ ਦਾ ਪ੍ਰੋਫਾਈਲ ਬਦਲਣਾ ਚਾਹੁੰਦੇ ਹੋ, ਤੁਸੀਂ ਜੰਮੂ ਕਸ਼ਮੀਰ 'ਚ ਆਪਣਾ ਠੋਸਣਾ ਚਾਹੁੰਦੇ ਹੋ, ਉਦੋਂ ਇਹ ਵੀ ਇੱਕ ਗੱਲ ਚੱਲ ਰਹੀ ਹੈ, ਹਜੇ ਮਤਲਬ ਤੱਥ ਨਹੀਂ ਹੈ ਪਰ ਲੋਕਾਂ ਦੇ ਅੰਦਾਜ਼ੇ ਨੇ ਕਿ ਸੰਭਵ ਹੈ ਕਿ ਬੀਜੇਪੀ ਗੁਲਾਮ ਨਬੀ ਆਜ਼ਾਦ ਨੂੰ ਵੀ ਕਸ਼ਮੀਰੀ ਦੇ ਵਿੱਚ ਸਾਬਕਾ ਮੁੱਖ ਮੰਤਰੀ ਹੋਣ ਕਰਕੇ, ਮੁਸਲਮ ਫੇਸ ਹੋਣ ਕਰਕੇ ਕੋਈ ਉਹਦੇ ਨਾਲ ਉਹਦੀ ਪਾਰਟੀ ਬਣਵਾ ਕੇ ਕੋਈ ਅਲਾਇੰਸ ਹੋ ਜੇ, ਕੋਈ ਕੁਛ ਹੋਰ ਇਹੋ ਜਿਹਾ ਤਰੀਕਾ ਲੱਭਿਆ ਹੈ ਕਿ ਇਹ ਜੰਮੂ ਕਸ਼ਮੀਰ ਦੀ ਪੋਲੀਟਿਕਸ ਉਹਦੇ ਨਾਲ ਜੁੜੀ ਹੋਈ ਹੈ ਬਹੁਤ ਨੇੜੇ, ਦੂਜੀ ਵੱਡੀ ਪੋਲੀਟਿਕਸ ਦੇ ਨਾਲ ਦੀ ਨਾਲ, ਜਾਂ ਇਹ ਇਕੱਲਾ ਇਹੀ ਹੈ ਕਿ ਜੀ ਕਾਂਗਰਸ ਤੋਂ ਇੰਨਾ ਜ਼ਿਆਦਾ ਨਿਰਾਸ਼ ਹੋ ਕੇ ਬੰਦਾ ਪੋਲੀਟਿਕਸ ਛੱਡ ਕੇ ਬਹਿ ਜਾਂਦਾ ਹੈ ਉਸ ਲੈਵਲ ਤੇ। ਦੂਜੀ ਸੰਭਾਵਨਾ ਵੀ ਸੁੱਟ ਪਾਉਣ ਵਾਲੀ ਨਹੀਂ ਹੈ, ਮਤਲਬ ਪਤਾ ਤਾਂ ਅਗਲੇ ਦਿਨਾਂ ਦੇ ਵਿੱਚ ਲੱਗੇਗਾ ਜਿਹੜੀਆਂ ਵੀ ਇਹ ਚੀਜ਼ਾਂ ਹੋਣਗੀਆਂ, ਪਰ ਕਾਂਗਰਸ ਨੂੰ ਵੀ ਆਪਣਾ ਘਰ ਉਹਦੇ ਤੋਂ ਸਾਂਭਿਆ ਲੱਗ ਨਹੀਂ ਰਿਹਾ ਜਿਸ ਲੈਵਲ ਤੇ ਉਹ ਅੰਦਰੂਨੀ ਚੱਲ ਨਹੀਂ ਰਹੀ। ਪਾਰਟੀਆਂ ਜਿਵੇਂ ਅਕਾਲੀ ਆਪਾਂ ਕਹਿੰਦੇ ਵੀ ਉੱਥੇ ਉਹ ਬਣਨ ਲਈ ਤਿਆਰ ਨਹੀਂ, ਪਰ ਰਿੱਟ ਚਲਾਉਂਦਾ ਤੇ ਅਕਾਲੀ ਦਲ ਇੱਥੋਂ ਛੱਡਣ ਲਈ ਤਿਆਰ ਨਹੀਂ ਉਹ ਹੁੰਦਾ। ਅੰਦਰੂਨੀ ਜਦੋਂ ਜਮਹੂਰੀਅਤ ਨਾ ਹੋਵੇ ਤਾਂ ਪਾਰਟੀਆਂ 'ਚ ਕਲੇਸ਼ ਸੁਭਾਵਿਕ ਨੇ ਔਰ ਇਹ ਹੁਣ ਖੁੱਲ੍ਹ ਕੇ ਆਏ ਨੇ। ਇੱਕ ਹੱਦ ਤੱਕ ਪਾਰਟੀਆਂ ਲਈ ਚਾਹੇ ਫਾਰ ਦੀ ਟਾਈਮ ਵੀ ਬੁਰੇ ਵੀ ਹੋਣ, ਪਰ ਮੈਨੂੰ ਲੱਗਦਾ ਕਿ ਡੈਮੋਕ੍ਰੇਸੀ ਲਈ ਚੰਗੇ ਹੁੰਦੇ ਨੇ। ਜੇ ਅੰਦਰੂਨੀ ਲੋਕ ਬੋਲਣ ਲੱਗਣਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਸ਼ਾਇਦ ਪਾਰਟੀਆਂ ਥੋੜਾ ਬਹੁਤ ਆਪਣੇ ਅੰਦਰ ਜਮਹੂਰੀਅਤ ਲਿਆਉਣ, ਸੋਚਣ ਲੱਗਣ ਤੇ ਲੋਕਾਂ ਦੀ ਭੁਗਤ ਜਾਂ ਵਰਕਰਾਂ ਦੀ, ਕਾਰਕੁਨਾਂ ਦੀ ਥੋੜੀ ਬਹੁਤ ਸੁਣਵਾਈ ਹੋਣੀ ਸ਼ੁਰੂ ਹੋ ਜੇ, ਉਸ ਪੈਟਰਨ ਤੋਂ ਚੰਗੀ ਗੱਲ ਨਹੀਂ ਹੋ ਸਕਦੀ। ਮੇਰੀ ਜੀ ਥੋੜੀ ਜਿਹੀ ਜਮਹੂਰੀਅਤ ਤੇ ਇਹਨਾਂ ਨੂੰ ਨਾਲ ਜੋੜਿਆ, ਇਹ ਤਾਂ ਮੈਨੂੰ ਥੋੜਾ ਜਿਹਾ ਇੱਕ ਮਨ 'ਚ ਇੱਕ ਸਵਾਲ ਉੱਠਿਆ ਵੀ ਜਮਹੂਰੀਅਤ ਤਾਂ ਪਾਰਟੀ ਦੇ ਵਿੱਚ ਇਹੋ ਜਿਹੀ ਉਹ ਪਹਿਲਾਂ ਵੀ ਸੀ ਜਦੋਂ ਯੂਪੀਏ ਸਰਕਾਰ ਸੀ, ਉਦੋਂ ਵੀ ਇੱਕੋ ਲੀਡਰਸ਼ਿਪ ਲੈਂਦੀ ਸੀ ਫੈਸਲੇ, ਪਰ ਉਦੋਂ ਸੱਤਾ ਸੀਗੀ, ਮਤਲਬ ਕਿ ਇਹ ਵੀ ਕਾਂਗਰਸ ਹੈ ਜਾਂ ਅਕਾਲੀਆਂ ਦਾ ਨਾਲ ਹੈ, ਜਦ ਤੱਕ ਸੱਤਾ 'ਚ ਨੇ ਇਹ ਇੱਕ ਨੇ, ਤੇ ਜਦੋਂ ਸੱਤਾ ਜਾਂਦੀ ਹੈ ਜਾਂ ਨੇੜੇ ਆਉਂਦੀ ਨਹੀਂ ਨਜ਼ਰ ਆਉਂਦੀ ਫਿਰ ਇਹ ਪਾਰਟੀ ਤੋੜ ਕੇ ਵੀ, ਕਿਉਂਕਿ ਸੱਤਾ ਦੀ ਤੁੱਕ ਤਾਂ ਹੈਗੀ ਐਵੇਂ ਸਾਲ, ਕਿਉਂਕਿ 50 ਸਾਲ ਰਹੇ ਤੇ 50 ਸਾਲ ਰਾਜ ਹੀ ਕੀਤਾ ਕਾਂਗਰਸ ਨੇ, ਤੇ ਉਹ ਤੋਂ ਬਾਹਰ ਬਗੈਰ ਰਹਿਣਾ ਉਹ ਆਦਤ ਨਹੀਂ ਰਹੀ। ਨਹੀਂ ਬਿਲਕੁਲ, ਹੁਣ ਤਾਂ ਪਾਰਟੀਆਂ ਦਾ ਕਿਰਦਾਰ ਸੱਤਾ ਨਾਲ ਹੀ ਜੁੜ ਗਿਆ। ਪਹਿਲਾਂ ਕੋਈ ਮਿਸ਼ਨ ਨਹੀਂ ਹੁੰਦਾ ਸੀ, ਕੋਈ ਕਹਿੰਦਾ ਮੈਂ ਸੈਕੂਲਰ ਪਾਰਟੀਆਂ, ਕੋਈ ਕਹਿੰਦਾ ਮੈਂ ਪੰਥਕ ਪਾਰਟੀਆਂ, ਕੋਈ ਕਹਿੰਦਾ ਮੈਂ ਪੰਜਾਬੀਅਤ ਦੀ ਪਾਰਟੀਆਂ, ਜਾਂ ਕੋਈ ਨੈਸ਼ਨਲ ਲੈਵਲ ਤੇ ਕਹਿੰਦਾ ਮੈਂ ਰਾਸ਼ਟਰ। ਹੁਣ ਤਾਂ ਚਾਹੇ ਬੀਜੇਪੀ ਕਾਂਗਰਸ ਜਿਹੜੀਆਂ ਵੀ ਮੇਨ ਕਾਰਨ ਸੱਤਾ ਹੋ ਗਿਆ, ਉਹ ਅਲੱਗ ਗੱਲ ਹੈ। ਪਰ ਇਹਦੇ ਨਾਲ ਦੀ ਨਾਲ ਜਿਹੜੀ ਅੰਦਰੂਨੀ ਜਮਹੂਰੀਅਤ ਵੀ ਨਾ ਉਹ ਸੁੰਗੜਦੀ ਗਈ ਹੈ। ਪਹਿਲਾਂ ਹੁਣ ਨਾਲੋਂ ਜ਼ਿਆਦਾ ਸੀ, ਹੁਣ ਨਾਲੋਂ ਜ਼ਿਆਦਾ ਇਹ ਸੀ ਕਿ ਜਿਵੇਂ ਕਾਂਗਰਸ ਵਰਕਿੰਗ ਕਮੇਟੀ ਦੀ ਚੋਣ ਹੁੰਦੀ ਸੀ ਮੈਂਬਰਾਂ ਦੀ, ਔਰ ਉਹ ਚੋਣ ਈਵਨ ਰਜੇਸ਼ ਪਾਇਲਟ ਤੱਕ ਹੁੰਦੀ ਰਹੀ ਹੈ, ਉਹ ਖੜੇ ਹੁੰਦੇ ਰਹੇ ਨੇ ਪ੍ਰਧਾਨ ਦੇ ਤੌਰ ਤੇ, ਵੱਖਰੇ ਪ੍ਰਧਾਨ ਦੀ ਵੀ ਚੋਣ ਹੁੰਦੀ ਸੀ। ਇਹ ਪਿਛਲੇ 25-30 ਸਾਲਾਂ ਦਾ ਮਾਹੌਲ ਹੈ ਜਦੋਂ ਬਿਲਕੁਲ ਹੀ ਚੋਣ ਬੰਦ ਹੋ ਗਈ ਹੈ। ਮਤਲਬ ਈਵਨ ਮੈਨੂੰ ਯਾਦ ਹੈ ਕਿ ਜਦੋਂ ਰਜੇਸ਼ ਪਾਇਲਟ ਪ੍ਰਧਾਨਗੀ ਦੇ ਕੈਂਡੀਡੇਟਸ ਖੜਾ ਹੋ ਗਿਆ, ਹਾਰ ਗਿਆ ਸੀ, ਉਹ ਅਲੱਗ ਗੱਲ ਹੈ, ਸਾਰਾ ਦੇਸ਼ ਘੁੰਮਦਾ ਸੀ, ਆਪਣੀ ਗੱਲ ਦੱਸਦਾ ਸੀ। ਉਸ ਤੋਂ ਬਾਅਦ ਵੀ ਉਹਨੂੰ ਸੋਨੀਆ ਗਾਂਧੀ ਨੇ ਵਰਕਿੰਗ ਕਮੇਟੀ ਚ ਲਿਆ ਸੀ, ਹਾਰੇ ਪਾਉਣ ਦੇ ਬਾਵਜੂਦ ਵੀ ਚਲੋ ਲੀਡ ਰਹੀ ਹੈ। ਇੰਨਾ ਜ਼ਿਆਦਾ ਰੰਜਨਵੀ ਦੀ ਮੇਰੇ ਖਿਲਾਫ ਖੜਾ ਹੋ ਗਿਆ, ਹੁਣ ਇਹਨੂੰ ਪੂੰਜੇ ਲਾ ਦੋ, ਆਪਾਂ ਐ ਨਾ ਕਰੋ ਐ ਨਾ ਕਰੋ। ਇਸ ਲਈ ਪਹਿਲਾਂ ਮੁਕਾਬਲਤਾ ਸੀ, ਇਹੀ ਅਕਾਲੀ ਦਲ ਚ ਵੀ ਸੀ। ਅਕਾਲੀ ਦਲ ਦਾ ਜਿਹੜਾ ਜਨਰਲ ਅਜਲਾਸ ਹੁੰਦਾ ਸੀ ਉਹਦੇ ਚ ਪ੍ਰਧਾਨ ਦੀ ਚੋਣ ਹੁੰਦੀ ਸੀ। ਹੁਣ ਸਭ ਅਧਿਕਾਰ ਉਹਨੂੰ ਪਹਿਲਾਂ ਹੀ ਦੇ ਦਿੱਤੇ ਗਏ ਹੁੰਦੇ ਨੇ। ਵਰਕਿੰਗ ਕਮੇਟੀ ਵੀ ਚੁਣੀ ਜਾਂਦੀ ਸੀ ਉੱਥੋਂ, ਜਿਹੜੀ ਚੁਣੀ ਜਾਂਦੀ ਸੀ, ਹੁਣ ਸਾਰੇ ਅਧਿਕਾਰ ਉਹਨੂੰ ਵਰਕਿੰਗ ਕਮੇਟੀ 1.5 ਸਾਲ ਬਾਅਦ ਬਣਾਉਂਦਾ, ਪ੍ਰਧਾਨ ਅਜਲਾਸ 1.5 ਸਾਲ ਪਹਿਲਾਂ ਹੋਇਆ ਹੁੰਦਾ। ਉਹ ਸੁਗੜਦੀ ਜਾ ਰਹੀ ਹੈ, ਉਹ ਵੀ ਇੱਕ ਫੈਕਟ ਹੈ। ਦੋਨੋਂ ਚੀਜ਼ਾਂ ਨੇ, ਔਰ ਸੁਗੜਨ ਦਾ ਮੇਨ ਕਾਰਨ ਵੀ ਇਹੀ ਹੈ ਕਿ ਕੋਈ ਸੱਤਾ ਛੱਡਣਾ ਨਹੀਂ ਚਾਹੁੰਦਾ। ਜੇ ਪਹਿਲਾਂ ਤੋਂ ਬੋਲਣਾ ਜਾਰੀ ਰੱਖਦੇ ਸ਼ਾਇਦ ਇਹਦੀ ਨਾ ਸੁਗੜਦੀ। ਉਦੋਂ ਡਰਦੇ ਨਹੀਂ ਬੋਲੇ ਕਿਉਂਕਿ ਵੀ ਮੈਨੂੰ ਕਿਤੇ ਮੰਤਰੀ ਨਾ ਬਣਾਉਣ, ਮੈਨੂੰ ਕਿਤੇ ਟਿਕਟ ਨਾ ਦੇਣ, ਮੈਨੂੰ ਕਿਤੇ ਨਾਮ। ਇਹ ਗੱਲਾਂ ਇੰਨੀਆਂ ਜੁੜ ਗਈਆਂ ਆਪਸ ਦੇ ਵਿੱਚ ਜਿਹੜੀਆਂ ਦੇਸ਼ ਲਈ ਤੇ ਲੋਕਾਂ ਲਈ ਤੇ ਜਮਹੂਰੀਅਤ ਲਈ ਸਾਰੇ ਲਈ ਉਹ ਖਤਰਨਾਕ ਨੇ। ਜਮਹੂਰੀਅਤ ਦੀ ਗੱਲ ਚੱਲਦੀ ਹੈ ਤਾਂ ਆਪਾਂ ਇੱਕ ਗੱਲ ਸੰਗਰੂਰ ਦੀ ਵੀ ਕਰ ਲਈ। ਆਮ ਆਦਮੀ ਪਾਰਟੀ ਆਈ ਸੀ, ਜਦੋਂ ਅਸੀਂ ਆਵਾਂਗੇ ਕੋਈ ਧਰਨਾ ਨਹੀਂ ਲੱਗੂਗਾ, ਮੁਜ਼ਾਹਰਾ ਨਹੀਂ ਹੋਊਗਾ, ਸਾਰੇ ਲੋਕ ਖੁਸ਼ਹਾਲ ਹੋਣਗੇ। ਪਰ ਪਤਾ ਲੱਗਿਆ ਕਿ ਰਾਤ ਜਿਹੜਾ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੇ ਘਰ ਦੇ ਬਾਹਰ ਜਿਹੜਾ ਜਥੇਬੰਦੀਆਂ ਧਰਨਾ ਲਾਇਆ ਸੀ, ਉਹਨਾਂ ਨੂੰ ਰਾਤੋਂ ਰਾਤ ਚੱਕ ਲਿਆ ਸੀ, ਮੋਬਾਈਲ ਕੋਲੇ, ਕਈਆਂ ਨੇ ਕਹਿੰਦੇ ਵੀ ਮੋਬਾਈਲ ਪੱਖਾਂ ਵੀ ਲੈ ਗਈਆਂ, ਉਹਨਾਂ ਨੂੰ ਫਿਰ ਗੱਡੀ 'ਚ ਬਿਠਾ ਕੇ ਸੰਗਰੂਰ ਤੋਂ ਫਤਿਹਗੜ੍ਹ ਛੱਡ ਕੇ। ਇਹ ਕੌਣ ਲੋਕ ਸੀਗੇ ਜਿਹੜੇ ਧਰਨੇ ਦੇ ਰਹੇ ਸੀ, ਇਹਨੂੰ ਇਦਾਂ ਕਿਉਂ ਚੱਕਿਆ ਗਿਆ? ਜਿਹੜੀਆਂ ਵੀਡੀਓਜ਼ ਹੁਣ ਆਈਆਂ ਨੇ ਸਾਹਮਣੇ ਬਾਅਦ ਦੇ ਵਿੱਚ, ਇਵਨ ਉਹ ਫਤਿਹਗੜ੍ਹ ਸਾਹਿਬ ਤੋਂ ਆਈਆਂ ਨੇ। ਸੰਗਰੂਰ ਤਾਂ ਉਦੋਂ ਦਾ ਪੱਤਰਕਾਰ ਹੁੰਦੇ ਨੇ, ਇੰਨੇ ਵਜੇ ਰਾਤ ਨੂੰ ਕਹਿੰਦੇ ਨੇ
ਬੱਸਾਂ ਦੇ ਵਿੱਚ ਉਹਨਾਂ ਨੂੰ ਭਰਿਆ ਤੇ ਉਹਨਾਂ ਨੇ ਆਪਣੇ ਮੋਬਾਈਲ ਵੀ ਲੈ ਲਏ ਤੇ ਇਸ ਲਈ ਉਹ ਉੱਥੇ ਤਾਂ ਵੀਡੀਓ ਉੱਥੇ ਦੀ ਅਜੇ ਤੱਕ ਨਹੀਂ ਆਈ ਸਾਹਮਣੇ ਜਿਹੜੀ ਉਹ ਚੱਲਦੇ। ਪਰ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਦੇ ਸਾਹਮਣੇ ਖੜੇ ਜਿਹੜੇ ਉਹ ਬੱਚੇ ਨੇ, ਮੁੰਡੇ ਤੇ ਕੁੜੀਆਂ, ਇੱਕ ਕੁੜੀ ਜਿਹੜੀ ਇਹ ਕਹਿ ਰਹੀ ਹੈ ਕਿ ਅਸੀਂ ਕਰੋਨਾ ਵਾਰੀਅਰ ਜਾਂ ਅਸੀਂ ਉਦੋਂ ਕਰੋਨਾ ਦੇ ਵੇਲੇ ਕੰਮ ਕੀਤਾ ਤੇ ਅਸੀਂ ਉੱਥੇ ਧਰਨਾ ਲਾਇਆ ਹੋਇਆ ਸੀ ਰੈਗੂਲਰ ਹੋਣ ਦੇ ਬਾਰੇ ਸਾਡੇ ਨਾਲ ਗੱਲ ਚੱਲਦੀ ਸੀ। ਇੱਕ ਮੁੰਡੇ ਇਹ ਕਹਿ ਰਹੇ ਸੀ ਕਿ ਜਿਹੜੇ ਅਸੀਂ ਪੁਲਿਸ ਦੇ ਵਿੱਚ ਭਰਤੀ ਦੇ ਕਾਬਲ ਨਾਲ ਜਾਂ ਭਰਤੀ ਦੇ ਲਈ ਕਿਤੇ ਗਏ ਸੀ ਜਾਂ ਉਹ ਸੀ, ਸਾਡਾ ਵੀ ਧਰਨਾ ਲੱਗਿਆ ਹੋਇਆ ਸੀ। ਉਹਨਾਂ ਦਾ ਦੋਸ਼ ਇਹ ਲਾ ਰਹੇ ਨੇ ਉਹ ਕਿ ਪੁਲਿਸ ਨੇ ਆਏ ਸਾਡੇ ਕੋਲ ਰਾਤ ਨੂੰ, ਸਾਡੇ ਉਹ ਕਿੱਟਾਂ ਜਿਹੜੀਆਂ ਜਿਹਦੇ ਚ ਮਾੜਾ ਮੋਟਾ ਸਮਾਨ ਜਾਂ ਮੁੰਡਾ ਉੱਥੇ ਟੈਂਟ ਦੇਖੋ ਬੰਦੇ ਵੀ ਥੋੜੇ ਸੀ ਉਦੋਂ ਰਾਤ ਨੂੰ, ਤੇ ਉਹ ਵੀ ਰੱਖ ਲਏ ਤੇ ਮੋਬਾਈਲ ਵੀ ਰੱਖ ਲਏ ਤੇ ਗੁਰਦੁਆਰੇ ਲਾ ਗਏ। ਤੇ ਉਹ ਨਾਲ ਇਹ ਵੀ ਕਹਿ ਰਹੇ ਸੀ ਕਿ ਪੁਲਿਸ ਨੇ ਵੀ ਉਹ ਮਤਲਬ ਮੂਵੀ ਬਣਾਈ ਹੈ, ਪੁਲਿਸ ਨੇ ਆਪਣੀ ਰੱਖਿਆ ਦੀ ਮੂਵੀ ਇਹ ਬਣਾਈ ਹੈ ਵੀ ਅਸੀਂ ਇਹਨਾਂ ਨੂੰ ਸੁਰੱਖਿਅਤ ਥਾਂ ਤੇ ਗੁਰਦੁਆਰੇ ਛੱਡ ਕੇ ਗਿਆ ਤਾਂ ਕਿ ਇਹ ਨਾ ਹੋਵੇ। ਪਰ ਉਹਨਾਂ ਦਾ ਇੱਕ ਸਵਾਲ ਇਹ ਹੈ ਸਭ ਤੋਂ ਬੜਾ ਕਿ 90 ਕਿਲੋਮੀਟਰ ਦੂਰ ਲਗਭਗ ਕਿਸੇ ਜਗ੍ਹਾ ਤੋਂ ਰਾਤ ਨੂੰ, ਔਰ ਕੁੜੀਆਂ ਤੇ ਮੁੰਡੇ ਦੋਨੋਂ ਸ਼ਾਮ ਰਾਤ ਨੂੰ 1 ਵਜੇ ਉਹ ਇਲਜ਼ਾਮ ਲਾ 1 ਵਜੇ ਛੱਡ ਕੇ ਗਏ ਸਾਨੂੰ, ਹੋ ਸਕਦਾ ਘੰਟਾ ਇੱਧਰ ਉੱਧਰ ਹੋਵੇ, ਉਹ ਲੱਗ ਇੱਕ ਗੱਲ ਹੈ। ਤੇ ਇਹ ਕਿਉਂ ਲੋੜ ਪਈ? ਨਾ ਤਾਂ ਤੁਰੰਤ ਕੱਲ ਨੂੰ ਕੋਈ ਸੰਗਰੂਰ ਮਤਲਬ ਜਿਵੇਂ ਅੱਜ ਰੈਲੀ ਸੀ ਵੀ ਉੱਥੇ ਆਹ ਕਰ ਦੇਣਗੇ, ਨਾ ਰਾਤ ਦਾ ਕੋਈ ਇਹੋ ਜਿਹਾ ਅਲਰਟ ਕੀ ਸੀ ਜਿਹਦੇ ਕਰਕੇ ਵੀ ਰਾਤ ਨੂੰ ਉਹਨਾਂ ਨੇ ਕੁਝ ਕਰਨਾ ਸੀ ਇਹੋ ਜਿਹਾ। ਤੇ ਨਾਰਮਲੀ ਕੀ ਕਰਦੇ ਨੇ, ਫੜ ਕੇ ਜਾਂ ਤਾਂ ਪਿੰਡਾਂ 'ਚ ਆਲੇ ਦੁਆਲੇ ਨੇੜੇ ਤੇੜੇ ਛੱਡ ਦਿੰਦੇ ਨੇ, ਉਹ ਵੀ ਦਿਨ ਨੂੰ ਵੀ ਐਂ ਕਰ ਸਕਦੇ ਨੇ ਭਾਈ ਨਹੀਂ ਜਾਓ, ਨਹੀਂ ਤੁਹਾਡਾ ਇਹ ਕਰਦੇ ਆ। ਇਹ ਸਮਝ ਨਹੀਂ ਆਇਆ ਕਿਹਦੀ ਸਲਾਹ ਕਿਸ ਤਰੀਕੇ ਦਾ ਕੰਮ ਹੋਇਆ ਕਿਵੇਂ ਨਹੀਂ ਹੈ। ਔਰ ਤੁਸੀਂ ਗੁਰਦੁਆਰੇ ਵੀ ਜੇਕਰ ਰਾਤ ਨੂੰ 1 ਵਜੇ ਕਿਹਨੂੰ ਛੁਡਾ ਕੇ ਮੈਨੇਜਰ ਨੂੰ ਉਠਾ ਕੇ ਉਹਨਾਂ ਨੂੰ ਕਮਰੇ ਦਵਾ ਕੇ ਗਏ, ਜਾਓ ਗੁਰਦੁਆਰੇ ਛੱਡਦੇ ਜਿੱਥੇ ਮਰਜ਼ੀ ਜਾਓ ਜੀ, ਜੇ ਮਰਜ਼ੀ ਕਰੋ। ਤੇ ਗੁਰਦੁਆਰਾ ਤਾਂ ਸੰਗਰੂਰ ਵੀ ਨਾਨਕਿਆਣਾ ਸਾਹਿਬ ਨਾਲ ਸੀ, ਸਗੋਂ ਉਹਦੇ ਨੇੜੇ ਕਹਿੰਦੇ ਭਾਈ ਇੱਥੇ ਪੈ ਜਾਓ, ਇੱਥੇ ਨਾ ਪਾਓ। ਇਹ ਬੜਾ ਜਿਹਾ ਅਜੀਬੋ ਗਰੀਬ ਵਰਤਾਰਾ ਹੈ। ਜੇ ਜਿਵੇਂ ਉਹ ਕਹਿ ਰਹੇ ਨੇ ਬੱਚੇ, ਜੇ ਉਵੇਂ ਹੀ ਵਾਪਰਿਆ। ਹਜੇ ਪੁਲਿਸ ਦਾ ਵਰਜਨ ਤੇ ਸਰਕਾਰੀ ਵਰਜਨ ਕੋਈ ਸਾਹਮਣੇ ਨਹੀਂ ਆਇਆ ਉਸ ਸਮੇਂ ਤੱਕ, ਹਜੇ ਉਸ ਤਰ੍ਹਾਂ ਦਾ ਹੀ ਜਿਹੜਾ ਵਰਜਨ। ਡੈਮੋਕ੍ਰੇਸੀ ਦੇ ਵਿੱਚ ਪੀਸਫੁਲ ਤਰੀਕੇ ਦੇ ਨਾਲ ਬੈਠ ਕੇ ਧਰਨਾ ਦੇਣਾ ਜਾਂ ਆਪਣੀ ਗੱਲ ਕਹਿਣਾ, ਇਹ ਸੰਵਿਧਾਨਕ ਹੱਕ ਹੈ ਤੇ ਇਹ ਕਾਨੂੰਨਨ ਹੱਕ ਵੀ ਹੈ ਤੇ ਕੁਦਰਤੀ ਹੱਕ ਵੀ ਹੈ। ਜੇ ਤੁਹਾਨੂੰ ਐ ਬੈਠਾ ਬੰਦਾ ਹੀ ਪੀਸਫੁਲੀ ਚੰਗਾ ਲੱਗਦਾ ਜਾਂ ਨਹੀਂ ਲੱਗਦਾ, ਮਤਲਬ ਬਾਕੀ ਚੀਜ਼ਾਂ ਨੇ, ਤਾਂ ਹੋਰ ਬੰਦਿਆਂ ਨੂੰ ਤੁਸੀਂ ਕਿਸ ਰਾਹ ਤੋਂ ਲਾਉਂਦੇ ਹੋ? ਉਹ ਕਿੱਧਰ ਉਹ ਤਾਂ ਜ਼ਿਆਦਾ ਹੋ ਗਿਆ। ਹੁਣ ਪ੍ਰਧਾਨ ਮੰਤਰੀ ਆਏ ਸੀ, ਮੰਨ ਲਓ ਤੁਸੀਂ ਜੇ ਉਹਦਾ ਸ਼ਡਿਊਲ ਦੇਖੋ ਨਾ, ਕੀ ਚੀਜ਼ਾਂ, ਪਾਣੀ ਤੋਂ ਤਿਹਾਏ ਵਰਗੇ ਬੰਦੇ। ਕਿਉਂ? ਕਿਉਂਕਿ ਪਾਣੀ ਵਾਲੀ ਬੋਤਲ ਤੁਸੀਂ ਲਿਜਾ ਨਹੀਂ ਸੀ ਸਕਦੇ ਜੀ, ਬੰਦ ਸਲਾਤੀ ਆਪਦਾ ਘਰੋਂ ਵੀ ਨਹੀਂ ਲਿਆ ਸਕਦੇ, ਤੇ ਜਿਨ੍ਹਾਂ 'ਚ ਪਾਣੀ ਉੱਥੇ ਵਰਤਾਇਆ ਜਾ ਸਕਦਾ ਉਹ ਵੀ ਹੈ ਨਹੀਂ। 4-4 ਘੰਟੇ ਬੁਰਾ ਹਾਲ ਹੋ ਗਿਆ ਲੋਕਾਂ ਦਾ। ਤੇ ਨਾ ਤੁਸੀਂ ਕੋਈ ਹੋਰ ਚੀਜ਼ ਲਿਜਾ ਸਕਦੇ ਹੋ, ਮਤਲਬ ਕਾਲਾ ਤੁਸੀਂ ਸ਼ਰਟ ਨਹੀਂ ਪਾ ਸਕਦੇ, ਕਾਲਾ ਤੁਸੀਂ ਕੋਈ ਉਹ ਨਹੀਂ ਚੁੰਨੀ ਨਹੀਂ ਲੈ ਸਕਦੇ, ਬਾਕੀ ਚੀਜ਼ਾਂ ਨਹੀਂ ਕਰ ਸਕਦੇ। ਇੰਨੀਆਂ ਜ਼ਿਆਦਾ ਬੰਦਸ਼ਾਂ ਨਾਲ ਜੇ ਮਤਲਬ ਕਾਲਾ ਕੀ ਕਰ ਦੂਗਾ ਬੰਦਾ, ਲਹਿਰਾ ਹੀ ਦਊ, ਰੋਸ਼ ਪ੍ਰਗਟ ਕਰ ਦੂ। ਜੇ ਉਹ ਪੀਲੀ ਸ਼ਰਟ ਕਰਕੇ ਨਾਲ ਨਾ ਪ੍ਰਧਾਨ ਮੰਤਰੀ ਨੂੰ ਫਿਰ ਕੀ ਫਰਕ, ਫਿਰ ਰੋਸ਼ ਨਹੀਂ ਪ੍ਰਗਟ ਹੁੰਦਾ। ਮਤਲਬ ਅਸੀਂ ਕਿਹੋ ਜਿਹੀ ਜਮਹੂਰੀਅਤ ਵੱਲ ਧੱਕ ਰਹੇ ਹਾਂ ਲੋਕਾਂ ਨੂੰ, ਅਸੀਂ ਲੋਕਾਂ ਦੀ ਗੱਲ ਕਿਉਂ ਨਹੀਂ ਸੁਣਨ ਲਈ ਤਿਆਰ? ਤੇ ਹਰ ਪਾਰਟੀ ਹਰ ਸਰਕਾਰ ਜਿਹੜੀ ਇੱਕ ਵਾਰ ਆਉਂਦੀ ਹੈ ਉਹ ਕਹਿੰਦੀ ਹੈ ਮੈਂ ਦਊਂ ਤੁਹਾਨੂੰ, ਅਗਲੇ ਵਾਰ ਉਹ ਉਦੋਂ ਵੀ ਇਹੋ ਜਿਹੀ ਸਾਬਤ ਹੁੰਦੀ ਹੈ ਜਿਹੜੀ ਕਹਿੰਦੀ ਹੈ ਵੀ ਜ਼ੁਬਾਨ ਹੀ ਬੰਦ ਕਰ ਦਿਓ ਸਾਰੇ ਮਾਮਲੇ ਦੀ। ਇਹ ਬਹੁਤ ਮੈਨੂੰ ਲੱਗਦਾ ਕਿ ਦੁਖਦਾਈ ਗੱਲਾਂ ਨੇ ਪੰਜਾਬ ਦੇ ਸੱਭਿਆਚਾਰ ਲਈ, ਪੰਜਾਬ ਦੀ ਵਿਰਾਸਤ ਲਈ, ਪੰਜਾਬੀਆਂ ਵਾਸਤੇ, ਜਾਂ ਜਿਹੜੇ ਇਹ ਮੰਨੇ ਜਾਂਦੇ ਨੇ ਕਿ ਆਪਣੀ ਗੱਲ ਕਹਿਣੀ ਤੇ ਸੁਣਨੀ। ਜਿਹੜੇ ਖਿੱਤੇ 'ਚ ਅਸੀਂ ਬੈਠੇ ਹਾਂ, ਜਿੱਥੇ ਗੁਰੂ ਨਾਨਕ ਸਾਹਿਬ ਨੇ ਮਤਲਬ ਇੱਕ ਮੈਸੇਜ ਦਿੱਤਾ, ਜਬ ਤੱਕ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕੁਛ ਕਹੀਏ, ਤੇ ਸੁਣੋ ਤੇ ਕਰੋ ਤੇ ਰੋਜ਼ ਨਾ। ਵੈਸੇ ਤਾਂ ਇਹ ਸਰਕਾਰ ਘੱਟ ਹੀ ਲੈਂਦੀ ਹੈ, ਬਾਬੇ ਨਾਨਕ ਦਾ ਨਾਂ ਤਾਂ ਮਤਲਬ ਇਹ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਦਾ ਲੈਂਦੀ ਹੈ, ਪਰ ਉਹ ਸੰਵਿਧਾਨ ਦੇ ਵਿੱਚ ਵੀ ਇਹ ਦਰਜ ਹੈ ਕਿ ਤੁਸੀਂ ਸੁਣੋਗੇ। ਔਰ ਭਗਤ ਸਿੰਘ ਨੇ ਵੀ ਬੰਬ ਸੁੱਟਿਆ ਸੀ ਬੰਦੇ ਮਾਰਨ ਲਈ ਨਹੀਂ, ਉਹ ਕਹਿੰਦਾ ਗੋਲੀ ਸਰਕਾਰ ਨੂੰ ਸੁਣਾਉਣਾ, ਵੈਸੇ ਸੁਣਦੀ ਨਹੀਂ ਜਿਹੜੀ, ਉਹ ਤਾਂ ਉੱਥੇ ਤੱਕ ਚਲੇ ਗਏ ਫਿਰ ਜਿਹਨੂੰ ਤੁਸੀਂ ਮੰਨਦੇ ਹੋ। ਤੇ ਤੁਸੀਂ ਇਹਨਾਂ ਦੀ ਵਿਚਾਰਿਆਂ ਦੀ ਸ਼ਾਂਤ ਹੋਈ ਬੈਠਿਆਂ ਦੀ ਨਹੀਂ ਸੁਣਦੇ। ਇਹ ਗੱਲ ਵੀ ਮਤਲਬ ਗੌਰ ਕਰਨ ਵਾਲੀ ਹੈ ਔਰ ਸਰਕਾਰਾਂ ਨੂੰ ਸਮਝਣਾ ਚਾਹੀਦਾ। ਨਹੀਂ ਤਾਂ ਲੋਕਾਂ ਨੂੰ ਆਉਂਦਾ, ਲੋਕ ਸੁਣਾ ਸਕਦੇ ਨੇ, ਹੌਲੀ ਹੌਲੀ ਹੋਰ ਤਰੀਕਾ ਵਰਤਣਗੇ ਕਿਸੇ ਨਾ ਕਿਸੇ ਤਰੀਕੇ ਨਾਲ। ਜਮਹੂਰੀਅਤ ਮਤਲਬ ਕਿ ਨਵੇਂ ਰੂਪ 'ਚ ਪਾਰਟੀਆਂ ਆਪਣੇ ਵੱਲੋਂ ਤਿਆਰ ਕਰ ਰਹੀਆਂ ਨੇ ਵੀ ਰਾਤ ਨੂੰ ਬੰਦਾ ਚੱਕ ਲਓ, ਸਵੇਰ ਨੂੰ ਸਾਫ ਲੱਗੇ ਵੀ ਲੈ ਵੀ ਇਹਨਾਂ ਦਾ ਤਾਂ ਫੈਸਲਾ ਕਰਤਾ ਸਰਕਾਰ ਨੇ, ਨਿਬੇੜਤਾ ਸੁੱਕੀ ਸਾਂਦੀ। ਅੱਛਾ ਵੀਰ ਜੀ, ਮੁੱਖ ਮੰਤਰੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿਸਾਨਾਂ ਨਾਲ, ਖਾਸ ਤੌਰ ਤੇ ਦੁੱਧ ਉਤਪਾਦਨ, ਉਹਨਾਂ ਦੀ ਕੀ ਸਮੱਸਿਆਵਾਂ ਸੀਗੀਆਂ ਤੇ ਮੁੱਖ ਮੰਤਰੀ ਕਿੰਨੀਆਂ ਮੰਗਾਂ ਉਹਨੇ ਕੋਈ ਟਵੀਟ ਤਾਂ ਉਹਨਾਂ ਕਹਿੰਦੇ ਮੈਂ ਸਾਰੀਆਂ ਮੰਗਾਂ ਉਹਨਾਂ ਦੀ ਜਾਇਜ਼ ਮੰਗਾਂ ਪਤਾ ਨਹੀਂ ਕਿਹੜੀਆਂ ਨੇ ਮੰਨ ਲਈਆਂ। ਇਹ 24 ਤਰੀਕ ਤੋਂ ਲੁਧਿਆਣੇ ਮਿਲਕ ਪਲਾਂਟ ਦੇ ਬਾਹਰ ਬੈਠੇ ਰੈਗੂਲਰ ਧਰਨਾ ਸੀ, ਬਾਕੀ ਪਲਾਂਟਾਂ ਦੇ ਥੋੜੇ ਧਰਨੇ ਸੀ, ਉੱਥੇ ਮੇਜਰ ਧਰਨਾ ਸੀ। ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਦੇ ਅਗਵਾਈ 'ਚ ਸੀ, ਬਾਕੀ ਕੁਝ ਕਿਸਾਨ ਜਥੇਬੰਦੀਆਂ ਦਾ ਵੀ ਨਾਲ ਸਹਿਯੋਗ ਸੀਗਾ।
ਅੱਜ ਇਹਨਾਂ ਦੀ ਮੀਟਿੰਗ ਹੋਈ ਹੈ ਮੇਜਰ 3 ਗੱਲਾਂ ਤੇ ਜਿਹੜੀ ਪਹਿਲਾਂ ਸਟਾਰਟਿੰਗ ਚੋਣਾ ਸੀ। ਇੱਕ ਤਾਂ ਮਈ ਦੇ ਵਿੱਚ ਇਹਨਾਂ ਨੇ ਮੰਨਿਆ ਸੀ, ਸਰਕਾਰ ਨੇ ਪਹਿਲਾਂ ਮੀਟਿੰਗ ਹੋਈ ਸੀ ਕਿ ਮਈ ਦੇ ਵਿੱਚ ਜਿਹੜਾ ਫੈਟ ਦੇ ਹਿਸਾਬ ਨਾਲ ਜਿਹੜੇ ਲੋਕ ਬੇਰਕਾ ਨੂੰ ਦੁੱਧ ਪਾਉਂਦੇ ਨੇ 35 ਰੁਪਏ ਗਵਰਨਮੈਂਟ ਨੇ ਦੇਣੇ ਸੀ, 20 ਰੁਪਏ ਉਹਨਾਂ ਨੇ ਦੇਣੇ ਸੀ ਜਿਹੜਾ ਮਿਲਕ ਪਲਾਂਟ ਵਾਲੇ ਜੋ ਵੀ ਸੀ। ਉਹ ਸਰਕਾਰ ਨੇ ਅੱਜ ਤੱਕ ਦਿੱਤੇ ਨਹੀਂ ਸੀ ਪੈਸੇ, ਮਤਲਬ ਉਸ ਲੈਵਲ ਦੇ। ਉਹਦੇ ਮਤਲਬ ਇਹ ਸੀ ਕਿ ਉਹਦੇ 2 ਰੁਪਏ ਜ਼ਿਆਦਾ ਦੇਣੇ ਪੈਂਦੇ ਸੀ ਸਰਕਾਰ ਨੂੰ ਲੀਟਰ ਮਗਰ, ਜੇਕਰ ਫੈਟ ਦਾ ਜਦੋਂ ਆਪਾਂ ਹਿਸਾਬ ਲਾਉਂਦੇ ਹਾਂ। ਤੇ ਅੱਜ ਉਹ ਇਹ ਕਹਿ ਰਹੇ ਸੀ ਇੰਨੀ ਮਹਿੰਗਾਈ ਵੱਧਦੀ ਬਾਕੀ ਹੈ, ਜੇ ਉਹ ਮਿਲਕ ਪਲਾਂਟ ਨਹੀਂ ਦੇ ਸਕਦਾ ਸਰਕਾਰ ਆਪਦੇ ਪੱਲਿਓਂ ਦੇ ਸਬਸਿਡਾਈਜ਼ ਥੋੜਾ ਬਹੁਤ ਉਹਦੇ ਨਾਲ ਚਲੋ ਇਹਦਾ ਫਾਇਦਾ ਹੋ ਜਾਊਗਾ। ਹੁਣ ਉਹ ਫੈਸਲਾ ਇਹ ਹੋ ਗਿਆ ਕਿ ਮਈ ਤੋਂ ਹੀ ਲੈ ਕੇ ਜਿਹੜਾ ਬਕਾਇਆ ਹੁਣ ਤੱਕ ਹੈ ਉਹ 15 ਸਤੰਬਰ ਤੱਕ ਸਰਕਾਰ ਨੇ ਦੇਣਾ ਹੈ, ਉਹਨਾਂ ਦੇ ਖਾਤਿਆਂ 'ਚ ਪਾਉਣਾ। ਤੇ 21 ਤਰੀਕ ਤੋਂ ਜਿਹੜੀ 21 ਸਤੰਬਰ ਹੋਏਗਾ ਫਿਰ ਰੈਗੂਲਰ ਰੂਟੀਨ 'ਚ ਡੇਲੀ ਦੁੱਧ ਜਿੰਨਾ ਵੀ ਹੋਊਗਾ ਉਹਦੇ ਨਾਲ ਜੋੜ ਕੇ ਦਿੱਤਾ ਜਾਣ ਲੱਗ ਜਾਊਗਾ। ਹੁਣ 20 ਸਤੰਬਰ ਤੱਕ ਦਾ ਸਮਾਂ ਉਹਨਾਂ ਤੋਂ ਲਿਆ ਕਿ ਬਾਕੀ ਤੁਹਾਡੇ ਖਾਤਿਆਂ 'ਚ ਜਿਹੜਾ ਬਕਾਇਆ ਉਹ ਆ ਜਾਊਗਾ। ਇੱਕ ਤਾਂ ਇਹ ਗੱਲ ਸੀ। ਦੂਜਾ ਸਵਾਲ ਸੀ ਜਿਹੜੀਆਂ ਗਊਆਂ ਮਰ ਰਹੀਆਂ ਨੇ, ਜਿਹੜੀ ਲੰਪੀ ਸਕਿਨ ਡਿਜ਼ੀਜ਼ ਦਾ ਜਿਹੜਾ ਸਵਾਲ ਹੈ, ਉਹ ਕਹਿੰਦੇ ਵੀ ਤੁਹਾਨੂੰ ਨਹੀਂ ਪਤਾ, ਨਾ ਤੁਹਾਡੇ ਬੰਦੇ ਜਾਂਦੇ ਨੇ, ਜੇ ਜਾਂਦੇ ਨੇ ਤਾਂ ਪੂਰਾ ਫਿਗਰ ਨਹੀਂ ਕਰਦੇ, ਇਹਦਾ ਸਰਵੇ ਕਰਾਓ। ਇਹਨਾਂ ਨੇ ਸਰਵੇ ਕੀਤਾ ਸੀ 1 ਲੱਖ ਤੋਂ ਵੱਧ ਦਾ, ਉਹ ਕਹਿੰਦੇ ਹੁਣ ਤਾਂ 1.5 ਲੱਖ ਦੇ ਕਰੀਬ ਹੋ ਗਿਆ ਹੋਣਾ, ਅਸੀਂ ਵੀ ਪਹਿਲਾਂ ਪੁਰਾਣਾ ਕੀਤਾ ਸੀ। ਉਹਦਾ ਘੱਟੋ ਘੱਟ ਤੁਸੀਂ ਕੋਈ ਨੋਟੀਫਿਕੇਸ਼ਨ ਕਰੋ ਡਿਜ਼ਾਸਟਰ ਮੈਨੇਜਮੈਂਟ ਦਾ, ਸਰਕਾਰ ਨੂੰ ਲਿਖੋ, ਉਹ ਮਤਲਬ ਕਿਸਾਨਾਂ ਦੀ ਬਾਤ ਪੜੋ ਤੇ ਉਹਨਾਂ ਨੂੰ ਕੁਝ ਰਾਹਤ ਦਿਓ। ਤਾਂ ਉਹਦੇ ਤੇ ਇੱਕ ਫੈਸਲਾ ਇਹ ਕਰ ਲਿਆ ਵੀ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਲਿਖ ਦਿੰਦੇ ਹਾਂ ਤੇ ਟਾਈਮ ਬਾਉਂਡ ਸਰਵੇ ਕਰਾ ਲੈਂਦੇ ਹਾਂ, ਤੇ ਸਰਵੇ ਦੇ ਮੁਤਾਬਕ ਜੋ ਜੋ ਨੁਕਸਾਨ ਹੋਇਆ ਫਿਰ ਅਗਲਾ ਸਵਾਲ ਕਿ ਕੀ ਕੰਪਨਸੇਸ਼ਨ ਦੇ ਸਕਦੇ ਆ, ਕਿੰਨਾ ਕੀ ਹੈ, ਇਹਦੇ ਤੇ ਵੀ ਇੱਕ ਉਹਨਾਂ ਨੇ ਉਸ ਪੱਧਰ ਦੀ ਸਹਿਮਤੀ ਮਤਲਬ ਕਰ ਲਈ ਹੈ ਕਿ ਅਸੀਂ ਲਿਖ ਦਿੰਦੇ ਹਾਂ ਜਾਂ ਬਾਕੀ ਦੀਆਂ ਚੀਜ਼ਾਂ ਜੋ ਵੀ ਕਰਦੇ ਹਾਂ। ਤੇ ਇਸੇ ਤਰੀਕੇ ਦੇ ਨਾਲ ਹੀ ਉਹਨਾਂ ਦਾ ਅਗਲਾ ਜਿਹੜੇ ਸਵਾਲ ਸੀਗਾ ਕਿ ਬਾਕੀ ਦਾ ਜਿਹੜਾ ਨੁਕਸਾਨ ਜਿਹੜਾ ਅਡਲਟਰੇਸ਼ਨ ਹੈ ਖਾਸ ਤੌਰ ਦੇ ਉੱਤੇ, ਕਿ ਉਹ ਕਹਿੰਦੇ ਨੇ ਵੀ ਦੁੱਧ ਜਿੰਨਾ ਪੰਜਾਬ 'ਚ ਪੈਦਾ ਹੁੰਦਾ ਹੈ ਉਦੋਂ 20% ਦੁੱਧ ਜਿਹੜਾ ਹੈ ਉਹ ਮਾਰਕੀਟ 'ਚ ਜ਼ਿਆਦਾ ਅਵੇਲੇਬਲ ਹੁੰਦਾ। ਉਹਦੇ ਨਾਲ ਜਿਹੜਾ ਦੁੱਧ ਹੈ ਸਿੰਥੈਟਿਕ ਦੁੱਧ ਹੈ, ਨਾਲੇ ਤਾਂ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ ਤੇ ਨਾਲੇ ਉਹ ਜਿਹੜਾ ਓਰੀਜਨਲ ਦੁੱਧ ਉਤਪਾਦਕ ਹੈ ਉਹਦਾ ਲਾਸ ਹੁੰਦਾ ਹੈ ਕਿ ਉਹਨੂੰ ਅਗਲਾ ਕੋਈ ਜਿੰਨਾ ਉਹ ਕਹਿੰਦੇ ਨੇ ਉਹ ਦਾਅਵਾ ਕਰਦੇ ਨੇ ਵੀ ਜਿੰਨਾ ਤੁਸੀਂ ਸੈਂਪਲ ਭਰਾ ਲਓ, ਜਿੰਨੇ ਪਨੀਰ ਤੁਹਾਡੇ ਹੋਟਲਾਂ 'ਚ ਵਿਕਦੇ ਨੇ, ਜਿੰਨੇ ਆਲੇ ਦੁਆਲੇ ਆਉਂਦੇ ਨੇ, ਉਹ 'ਚ ਮੈਜੋਰਟੀ ਸਿੰਥੈਟਿਕ ਹੈ ਜਿਹੜਾ ਉਸ ਲੈਵਲ ਤੇ। ਇਸ ਲਈ ਇੱਕ ਕਾਨੂੰਨ ਬਣਨਾ ਚਾਹੀਦਾ, ਪੰਜਾਬ ਦੀ ਅਸੈਂਬਲੀ ਕਾਨੂੰਨ ਬਣਾਵੇ ਕਿ ਇਹੋ ਜਿਹੇ ਬੰਦਿਆਂ ਤੇ ਚੈੱਕ ਲੱਗੇ ਔਰ ਜਿੰਨੀ ਲੋੜ ਹੈ ਪੰਜਾਬ ਦੀ ਸਗੋਂ ਜ਼ਿਆਦਾ ਪਸ਼ੂ ਦੁਧਾਰੂ ਰੱਖ ਕੇ ਪੰਜਾਬ ਦੇ ਲੋਕ ਹੋਰ ਜ਼ਿਆਦਾ ਮਿਹਨਤ ਕਰ ਲੈਣਗੇ ਤੇ ਸਾਡੀ ਲੋੜ ਵੀ ਪੂਰੀ ਹੋ ਜਾਏਗੀ ਤੇ ਲੋਕਾਂ ਨੂੰ ਪੈਸੇ ਵੀ ਮਿਲਣਗੇ। ਉਹਦੇ ਤੇ ਵੀ ਉਹਨਾਂ ਨੇ ਪ੍ਰਵਾਨਗੀ ਕੀਤੀ ਹੈ ਵੀ ਅਸੀਂ ਠੀਕ ਹੈ ਇਹੋ ਜਿਹਾ ਕਾਨੂੰਨ ਅਸੀਂ ਬਣਾਵਾਂਗੇ ਵਿਧਾਨ ਸਭਾ ਦੀ ਆਉਣ ਵਾਲੇ ਸੈਸ਼ਨ ਦੇ ਵਿੱਚ, ਤੇ ਉਹ ਕਾਨੂੰਨ ਬਣਾ ਕੇ ਤੇ ਇਹ ਜਿਹੜਾ ਸਿੰਥੈਟਿਕ ਦੁੱਧ ਦਾ ਸਿਲਸਿਲਾ ਖਤਮ ਕਰਾਂਗੇ। ਹੁਣ ਇਹ 3 ਮੇਜਰ ਮੰਗਾਂ ਸੀ। ਹੁਣ ਉਹਨਾਂ ਨੇ ਜਾ ਕੇ ਅੱਜ ਉੱਥੇ ਆਪਣੇ ਲੁਧਿਆਣੇ ਅਨਾਉਂਸ ਕਰਨਾ ਤੇ ਧਰਨਾ ਚੱਕਿਆ ਜਾਣਾ ਤੇ ਡੈਡਲਾਈਨ ਇਹ ਹੋਗੀ। ਹੁਣ ਇਹਨਾਂ ਤੇ ਅਮਲ ਤੋਂ ਬਾਅਦ ਕੀ ਹੁੰਦਾ, ਤਿੰਨਾਂ ਤੇ ਅਮਲ ਹੁੰਦਾ ਤਾਂ ਉਹ ਧਰਨਾ ਨਹੀਂ ਲੱਗੂ, ਨਹੀਂ ਅਮਲ ਹੁੰਦਾ ਧਰਨਾ ਫਿਰ ਕਦੇ ਲੱਗ ਜੂ ਉਸ ਲੈਵਲ ਤੇ। ਪਰ ਇਹ ਚੀਜ਼ਾਂ ਮੇਰੇ ਖਿਆਲ ਹਿਊਮਨ ਇੰਟਰਸਟ ਦੀਆਂ ਨੇ ਦੋਨੇ ਤਿੰਨੇ, ਕਿਉਂਕਿ ਪੰਜਾਬ ਪਰ ਕੈਪੀਟਾ ਦੁੱਧ ਪੀਣ ਵਾਲਿਆਂ ਦੇ ਵਿੱਚ ਵੀ ਤੇ ਪੈਦਾ ਕਰਨ ਸਭ ਤੋਂ ਜ਼ਿਆਦਾ। ਨਾਰਮਲੀ ਪੰਜਾਬੀਆਂ ਕੋਲ ਦੁੱਧ ਤਾਂ ਹੀ ਅਸੀਂ ਹੋਰ ਕੀ ਕਿਹੜਾ ਕੁਛ ਹੁੰਦਾ ਇੱਥੇ ਨਿਕਲਦਾ ਜਾਂ ਬਾਹਲਾ ਕੁਛ ਨਹੀਂ ਹੈ। ਇਹਦੇ ਤੇ ਧਿਆਨ, ਉਹਦੇ 'ਚ ਮਿਲਾਵਟ ਦੂਰ ਕਰਨਾ ਤੇ ਉਹਦੇ 'ਚ ਮਤਲਬ ਉਹਨਾਂ ਨੂੰ ਠੀਕ ਰੇਟ ਦੇ ਕੇ ਤਾਂ ਕਿ ਉਹ ਠੀਕ ਤਰੀਕੇ ਨਾਲ ਮਿਲਦਾ ਰਹੇ ਸਾਰਾ, ਇਹ ਗਵਰਨਮੈਂਟ ਦੀ ਬੇਸਿਕ ਜ਼ਿੰਮੇਵਾਰੀ ਹੈ। ਅੱਗੇ ਸੀਗਾ ਕਈ ਜਿਹੜੇ ਸਿਵਲ ਸਰਜਨ ਲੈਵਲ ਤੇ ਕੋਈ ਸੈਂਪਲ ਸੁੰਪਲ ਭਰੇ ਜਾਂਦੇ ਸੀ ਮਾੜੇ ਮੋਟੇ, ਹੁਣ ਤਾਂ ਉਹ ਵੀ ਕਿਤੇ ਦਿਖਾਈ ਨਹੀਂ ਦਿੰਦੇ। ਪਰ ਉਹਦੇ ਤੇ ਜੇ ਸਜ਼ਾ ਨਾ ਹੋਵੇ ਫਿਰ ਉਹਦਾ ਕੋਈ ਫਾਇਦਾ ਵੀ ਨਹੀਂ, ਸੈਂਪਲ ਦਾ ਹੇਠਾਂ ਉਹ ਕਰਪਸ਼ਨ ਦਾ ਅੱਡਾ ਬਣ ਜਾਂਦੇ ਨੇ। ਔਰ ਇਸ ਗੱਲ ਤੇ ਗੌਰ ਜਿਹੜੀ ਕਰਨ ਦੀ ਲੋੜ ਆ। ਔਰ ਇੱਕ ਚੰਗਾ ਹੋਇਆ ਕਿ 24 ਤਰੀਕ ਤੋਂ ਅੱਜ ਤੱਕ ਬੈਠੇ ਤਾਂ ਸਹੀ, ਪਰ ਐਸੇ ਤਰੀਕੇ ਨਾਲ ਜਿਵੇਂ ਗਵਰਨਮੈਂਟ ਨੇ ਉਹਨਾਂ ਨਾਲ ਗੱਲ ਕਰਕੇ ਇੱਕ ਮਾਮਲਾ ਫਾਰ ਦੀ ਟਾਈਮਿੰਗ ਨਿਬੇੜਤਾ, ਤਾਂ ਬਾਕੀ ਧਰਨਾਕਾਰੀਆਂ ਨੂੰ ਵੀ ਇਸੇ ਤਰੀਕੇ ਨਾਲ ਬਣਾਉਂਦੇ ਰਹੋ, ਗੱਲਾਂ ਬਾਤਾਂ ਕਰਦੇ ਰਹੋ। ਜਿਹਦੀ ਗੱਲ ਮੰਨੀ ਜਾ ਸਕਦੀ ਹੈ ਮੰਨ ਲਓ, ਨਹੀਂ ਮੰਨੀ ਜਾ ਸਕਦੀ ਉਹਨੂੰ ਦਲੀਲ ਦਿਓ, ਭਾਈ ਤੇਰੀ ਨਹੀਂ ਮੰਨੀ ਜਾ ਸਕਦੀ ਜਾਂ ਤੂੰ ਘਰ ਬੈਠ ਹਜੇ ਫਿਰ ਦੇਖਾਂਗੇ, ਫਿਰ ਆ ਜੀ 6 ਮਹੀਨੇ ਨੂੰ, ਕੋਈ ਨਾ ਕੋਈ ਤਰੀਕਾ ਮਤਲਬ ਲੱਭਣ ਦੀ ਲੋੜ ਹੈ। ਤੁਸੀਂ ਕਿਹਾ ਵੀ ਪਹਿਲਾਂ ਸਿਵਲ ਸਰਜਨ ਹੋਰੀ ਛਾਪੇ ਚੁੱਕੇ ਮਾਰ ਲੈਂਦੇ ਸੀਗੇ, ਉਹ ਵੀ ਹਮੇਸ਼ਾ ਮਾਰ ਲੈਣਗੇ, ਹਾਲੇ ਦੁਆਰੀ ਨੇੜੇ ਆ ਲੈਣ ਦਿਓ। ਤਾਂ ਦੋਸਤੋ ਅੱਜ ਲਈ ਬਹੁਤ ਹੈ, ਕੱਲ ਨੂੰ ਫਿਰ ਮਿਲਾਂਗੇ, ਧੰਨਵਾਦ।